ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨ। ਸਿਮਰਾ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਿਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਣ ਸੋਏ। ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ।
ਵਾਹਿਗੁਰੂ ਜੀ ਕੀ ਫਤਿਹ ਹੈ, ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਕਰ ਭੋਜਨ ਬੈਠਿਓ ਵਹਿਰ ਇਕਾਕੀ ਹੋਆ, ਚਿਤਵਤ ਚਿਤ ਮਹਿਮਾ ਗੁਰੂ ਸੰਸੈ ਸਭ ਖੋਆ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰ ਭੋਜਨ ਬੈਠਿਓ ਵਹਿਰ ਇਕਾਕੀ ਹੋਆ, ਚਿਤਵਤ ਚਿਤ ਮਹਿਮਾ ਗੁਰੂ ਸੰਸੈ ਸਭ ਖੋਆ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਧੰਨ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਨੇ, ਨਮਸਕਾਰ ਕੀਤੀ ਹੈ, ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਹੈ। ਪ੍ਰਸ਼ਾਦਾ ਛਕਣ ਤੋਂ ਬਾਅਦ ਬਾਬਾ ਅਮਰਦਾਸ ਜੀ ਜਿਹੜੇ ਇਕਾਂਤ ਵਿੱਚ ਜਾ ਕੇ ਬੈਠ ਗਏ ਨੇ ਔਰ ਆਪਣੇ ਚਿੱਤ ਦੇ ਅੰਦਰ ਧੰਨ ਗੁਰੂ ਅੰਗਦ ਦੇਵ ਜੀ ਦੀ ਮਹਿਮਾ, ਉਹਨਾਂ ਦੀ ਵਡਿਆਈ ਸੋਚ ਕੇ ਵਿਚਾਰਾ ਕਰ ਕੇ ਬੜੇ ਪ੍ਰਸੰਨ ਹੋ ਰਹੇ ਨੇ। ਨਿਸਾ ਬਤਾਏ ਪੁਨ ਦਿਵਸ ਭੋਜਨ ਪਾ ਤਿਆਰੀ, ਕਹਿੰਦੇ ਉਸ ਦਿਨ ਉਹ ਪਹਿਲੀ ਰਾਤ ਧੰਨ ਬਾਬਾ ਅਮਰਦਾਸ ਜੀ ਨੇ ਖਡੂਰ ਸਾਹਿਬ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਉੱਥੇ ਰਹਿ ਕੇ ਰਾਤ ਬਤੀਤ ਕੀਤੀ। ਅਗਲਾ ਦਿਨ ਚੜ੍ਹਿਆ, ਫਿਰ ਭੋਜਨ ਲੰਗਰ ਤਿਆਰ ਹੋਇਆ। ਮਿਲ ਪੰਗਤ ਬੈਠਿਓ ਤਾਹਾ ਮਨ ਮੈਂ ਇਮ ਧਾਰੀ, ਜਦੋਂ ਸੰਗਤਾਂ ਲੰਗਰ ਛਕਣ ਵਾਸਤੇ ਪੰਗਤਾਂ ਦੇ ਵਿੱਚ ਬੈਠੀਆਂ ਨੇ, ਅੱਜ ਦੂਸਰੇ ਦਿਨ ਵੀ ਬਾਬਾ ਅਮਰਦਾਸ ਜੀ ਵੀ ਸੰਗਤ ਦੇ ਵਿੱਚ ਬੈਠਾ ਹੈ ਔਰ ਸੰਗਤ ਦੇ ਵਿੱਚ ਬੈਠਾ ਬਾਬਾ ਅਮਰਦਾਸ ਜੀ ਦੇ ਆਪਣੇ ਚਿੱਤ ਵਿੱਚ ਉਹਨਾਂ ਨੇ ਇੱਕ ਵਿਚਾਰ ਕੀਤੀ। ਸ੍ਰੀ ਗੁਰ ਸਦਾ ਸਰਬੱਗਿਆ ਹੈ ਸੰਸੈ ਕਿਛ ਨਾਹੀ। ਬਾਬਾ ਅਮਰਦਾਸ ਜੀ ਵਿਚਾਰ ਕਰਦੇ ਨੇ ਕਿ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਉਹ ਸਮਰੱਥ ਨੇ, ਇਹਦੇ ਵਿੱਚ ਕੋਈ ਸ਼ੰਕਾ ਨਹੀਂ ਕਿ ਉਹ ਆਪ ਹੀ ਪਰਮੇਸ਼ਰ ਨੇ। ਤੋ ਮੋਹਿ ਮਨ ਭਾਵਣੇ ਲਖ ਨਿਜ ਉਰ ਮਾਹੀ। ਇਸ ਕਰਕੇ ਧੰਨ ਬਾਬਾ ਅਮਰਦਾਸ ਜੀ ਕਹਿੰਦੇ ਨੇ ਸਤਿਗੁਰੂ ਜੀ ਅੱਜ ਵੀ ਮੇਰੇ ਅੰਦਰ ਦੀ ਗੱਲ ਜਾਣ ਲੈਣ, ਮੇਰੇ ਅੰਦਰ ਦੀ ਇੱਕ ਭਾਵਨਾ ਹੈ, ਉਹ ਸ਼ਰਧਾ ਹੈ। ਸੀਤ ਪ੍ਰਸਾਦ ਸਰਬੋਤਮੰ ਬਿਨ ਜਾਚੇ ਮੋਹੀ, ਕਿ ਜੇ ਅੱਜ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਿਰਪਾ ਕਰਨ, ਇਹ ਜਿਹੜਾ ਪ੍ਰਸ਼ਾਦਾ ਛਕ ਰਹੇ ਨੇ ਆਪਣੇ ਥਾਲ ਦੇ ਵਿੱਚੋਂ ਕੁਝ ਪ੍ਰਸ਼ਾਦਾ ਜੇ ਮੈਨੂੰ ਦੇ ਦੇਣ, ਉਹਨਾਂ ਦੇ ਪ੍ਰਸ਼ਾਦਾ ਜੇ ਉਹਨਾਂ ਦੇ ਹੱਥੀਂ ਮੇਰੇ ਤੱਕ ਆਵੇ ਤੇ ਮੇਰੇ ਮਨ ਦੀ ਇਹ ਬੜੀ ਭਾਵਨਾ ਹੈ, ਸ਼ਰਧਾ ਹੈ ਕਿ ਮੈਂ ਉਹ ਪ੍ਰਸ਼ਾਦਾ ਛਕਾਂ। ਕਿਰਪਾ ਧਾਰ ਸੋ ਦੇਹ ਅਬ ਔਰ ਮਮ ਸੁਧ ਹੋਏ, ਜੇ ਸਤਿਗੁਰ ਜੀ ਕਿਰਪਾ ਦੇ ਘਰ ਵਿੱਚ ਆ ਕੇ ਅੱਜ ਪ੍ਰਸ਼ਾਦਾ ਦੇ ਦੇਣ ਆਪਣੇ ਥਾਲ ਦੇ ਵਿੱਚੋਂ, ਤੇ ਮੇਰਾ ਅੰਦਰ ਜਿਹੜਾ ਹੈ ਉਹ ਵੀ ਸ਼ੁੱਧ ਹੋ ਜੇ। ਮੈਂ ਸਤਿਗੁਰੂ ਦੀ ਸਿੱਖੀ ਨੂੰ ਧਾਰਨ ਕਰਨਾ ਹੈ, ਇਹ ਸਿੱਖੀ ਦਾ ਆਪਣਾ ਉਹਨਾਂ ਨੇ ਇੱਕ ਤਰੀਕਾ ਸਮਝਿਆ ਕਿ ਉਹਨਾਂ ਦੇ ਥਾਲ ਵਿੱਚੋਂ ਆਇਆ ਹੋਇਆ ਪ੍ਰਸ਼ਾਦਾ ਛਕ ਕੇ ਮੇਰਾ ਅੰਦਰ ਸ਼ੁੱਧ ਹੋਏ।
ਇਮ ਚਿਤਵਤ ਭੋਜਨ ਕਰਿਓ ਸ੍ਰੀ ਗੁਰ ਨੈ ਜਾਨੀ। ਬਾਬਾ ਅਮਰਦਾਸ ਜੀ ਪ੍ਰਸ਼ਾਦਾ ਛਕ ਰਹੇ ਨੇ, ਨਾਲੇ ਮਨ ਵਿੱਚ ਇਹ ਵਿਚਾਰ ਰਹੇ ਨੇ ਕਿ ਸ਼ੇਤ ਪ੍ਰਸ਼ਾਦ ਗੁਰੂ ਸਾਹਿਬ ਜੀ ਆਪਣੇ ਥਾਲ ਵਿੱਚੋਂ ਦੇਣ, ਔਰ ਉਧਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਬਾਬਾ ਅਮਰਦਾਸ ਜੀ ਦੇ ਅੰਦਰ ਦੀ ਗੱਲ ਜਾਣਗੇ। ਆਪ ਅਚੋ ਤ੍ਰਿਪਤਾਏ ਕੈ ਪੁਨ ਪੀਵਤ ਪਾਨੀ। ਸਤਿਗੁਰੂ ਜੀ ਆਪ ਪ੍ਰਸ਼ਾਦਾ ਛਕ ਰਹੇ ਨੇ, ਪ੍ਰਸ਼ਾਦਾ ਛਕ ਰਹੇ ਨੇ, ਛਕਦੇ ਛਕਦੇ ਵਿੱਚੋਂ ਗੁਰੂ ਸਾਹਿਬ ਜੀ ਨੇ ਪਾਣੀ ਜਲ ਛਕਿਆ ਹੈ। ਪਿੱਛੇ ਉਚਰਿਓ ਦਾਸ ਕੋ ਜੋ ਬਚੋ ਆਹਾਰਾ। ਔਰ ਜਿਹੜੇ ਸੇਵਕ ਪ੍ਰਸ਼ਾਦਾ ਛਕਾ ਰਹੇ ਸਨ, ਇੱਕ ਦਾਸ ਨੂੰ, ਸੇਵਕ ਨੂੰ ਆਵਾਜ਼ ਮਾਰ ਕੇ ਕਿਹਾ, ਆਪਣੇ ਥਾਲ ਦੇ ਵਿੱਚੋਂ ਅੱਧਾ ਪ੍ਰਸ਼ਾਦਾ ਦਿੱਤਾ ਤੇ ਨਾਲੇ ਕਹਿਣ ਲੱਗੇ, ਦੇਹੋ ਪੁਰਖ ਤਿਸ ਜਾਏ ਕਾਰ ਚਹਿ ਹਿਰਦੈ ਉਧਾਰਾ। ਬਾਬਾ ਅਮਰਦਾਸ ਜੀ ਵੱਲੇ ਇਸ਼ਾਰਾ ਕੀਤਾ, ਕਹਿੰਦੇ ਉਹ ਸਾਹਮਣੇ ਬਜ਼ੁਰਗ ਬੈਠੇ ਨੇ, ਇਹ ਪ੍ਰਸ਼ਾਦਾ ਜਾ ਕੇ ਉਹਨਾਂ ਨੂੰ ਦਿਓ, ਉਹਨਾਂ ਦਾ ਚਿੱਤ ਚਾਹੁੰਦਾ ਹੈ, ਇਹ ਪ੍ਰਸ਼ਾਦਾ ਉਹਨਾਂ ਨੇ ਛਕਣਾ, ਉਹਨਾਂ ਨੂੰ ਦਿਓ। ਸੁਣਤ ਆਨੰਦ ਬਿਲੰਦ ਪਾਲੇ ਕਰ ਤਬ ਖਾਇਓ। ਇਹ ਸੁਣ ਕੇ ਦਾਸ ਨੇ ਪ੍ਰਸ਼ਾਦਾ ਬਾਬਾ ਅਮਰਦਾਸ ਜੀ ਦੇ ਥਾਲ ਵਿੱਚ ਜਾ ਕੇ ਰੱਖਿਆ, ਔਰ ਬਾਬਾ ਅਮਰਦਾਸ ਜੀ ਬਹੁਤ ਹੀ ਪ੍ਰਸੰਨ ਨੇ, ਅੰਦਰ ਦਾ ਆਨੰਦ ਬੜਾ ਵਧਿਆ ਹੈ ਕਿ ਅੱਜ ਸਤਿਗੁਰੂ ਦਾ ਸ਼ੇਤ ਪ੍ਰਸ਼ਾਦ ਉਹਨਾਂ ਦੀ ਥਾਲੀ ਵਿੱਚੋਂ ਪ੍ਰਸ਼ਾਦਾ ਮਿਲ ਗਿਆ ਹੈ। ਨਿਸ਼ਚਲ ਨਿਸ਼ਚੈ ਚਿਤ ਭਇਓ ਸਮ ਮੇਰ ਥਿਰਾਇਓ। ਅੱਜ ਬਾਬਾ ਅਮਰਦਾਸ ਜੀ ਦਾ ਨਿਸ਼ਚਾ ਭਾਵੇਂ ਪਹਿਲੋਂ ਬਣ ਚੁੱਕਿਆ ਸੀ, ਪਰ ਹੁਣ ਬਿਲਕੁਲ ਨਿਸ਼ਚਾ ਦ੍ਰਿੜ ਹੋ ਗਿਆ, ਇੰਨਾ ਦ੍ਰਿੜ ਹੋ ਗਿਆ ਜਿਵੇਂ ਸਮੇਰ ਪਰਬਤ ਨੂੰ ਕੋਈ ਨਹੀਂ ਹਿਲਾ ਸਕਦਾ, ਕਿ ਬਾਬਾ ਅਮਰਦਾਸ ਜੀ ਵਿਚਾਰ ਕਰਦੇ ਨੇ, ਬਸ ਹੁਣ ਅੱਜ ਤੋਂ ਮੇਰਾ ਘਰ ਹੀ ਇਹ ਹੈ, ਗੁਰੂ ਦਾ ਘਰ ਹੀ ਮੇਰਾ ਘਰ ਹੈ, ਹੋਰ ਜਾਣਾ ਹੀ ਕਿਤੇ ਨਹੀਂ। ਭਏ ਸ਼ਾਂਤ ਦੁਬਦਾ ਨਸੇ ਮਨ ਤਹਾਂ ਟਿਕਾਵਾ। ਅੰਦਰ ਸ਼ਾਂਤੀ ਆ ਗਈ, ਹਰ ਤਰ੍ਹਾਂ ਦੇ ਅੰਦਰੋਂ ਦੁਬਦਾ ਖਤਮ ਹੋ ਗਈ, ਔਰ ਮਨ ਜਿਹੜਾ ਪੱਕੇ ਤੌਰ 'ਤੇ ਨਿਸ਼ਚੇ ਨਾਲ ਗੁਰੂ ਸਾਹਿਬ ਦੇ ਚਰਨਾਂ 'ਚ ਟਿਕਾ ਲਿਆ। ਪਾਨ ਕਰਿਓ ਜਲ ਧੋਏ ਕਰ ਬਾਹਰ ਪੁਨਿਆਵਾ। ਬਾਬਾ ਅਮਰਦਾਸ ਜੀ ਨੇ ਪ੍ਰਸ਼ਾਦਾ ਛਕਣ ਤੋਂ ਬਾਅਦ ਜਲ ਛਕਿਆ, ਹੱਥ ਧੋਤੇ, ਫਿਰ ਸੰਗਤ ਵਿੱਚੋਂ ਬਾਹਰ ਆ ਗਏ। ਰਹਿਓ ਏਕੰਤ ਸੋ ਬੈਠ ਕਰ ਸਭ ਦਿਵਸ ਬਤਾਇਓ। ਬਾਬਾ ਅਮਰਦਾਸ ਜੀ ਬਾਹਰ ਆ ਕੇ ਫਿਰ ਇਕਾਂਤ ਵਿੱਚ ਇਕੱਲੇ ਬੈਠੇ ਰਹੇ, ਸਾਰਾ ਦਿਨ ਇਸੇ ਤਰ੍ਹਾਂ ਬਤੀਤ ਕੀਤਾ। ਭੋਜਨ ਕੋ ਜਬ ਸਮੋ ਹੋਏ ਤਬ ਅੰਤਰੇ ਆਇਓ। ਰਾਤ ਨੂੰ, ਸ਼ਾਮ ਨੂੰ, ਫਿਰ ਜਦੋਂ ਪ੍ਰਸ਼ਾਦੇ ਦਾ ਲੰਗਰ ਦਾ ਸਮਾਂ ਹੋਇਆ, ਸੰਗਤਾਂ ਛਕਣ ਲੱਗੀਆਂ, ਬਾਬਾ ਅਮਰਦਾਸ ਜੀ ਉਦੋਂ ਫਿਰ ਪੰਗਤ ਵਿੱਚ ਆ ਕੇ ਬੈਠ ਗਏ। ਪੰਕਤ ਮਹਿ ਬੈਠੇ ਤਾਂ ਜੋ ਦੇਹ ਸੁਖਾਵੈ। ਹੁਣ ਅੰਦਰ ਇੰਨਾ ਸ਼ੁੱਧ ਹੋ ਚੁੱਕਿਆ ਸੀ, ਕਿਸੇ ਤਰ੍ਹਾਂ ਦਾ ਕੋਈ ਵਿਚਾਰ ਨਹੀਂ ਸੀ ਹੁੰਦਾ, ਜੋ ਵੀ ਪੰਗਤ ਵਿੱਚ ਆਉਂਦਾ ਸੀ ਬਸ ਉਹ ਸਤਿਗੁਰੂ ਕਹਿ ਕੇ, ਵਾਹਿਗੁਰੂ ਕਹਿ ਕੇ ਛਕ ਜਾਂਦੇ ਸਨ। ਪੁਨੇ ਕਾਕੇ ਹੋਏ ਕਰ ਪ੍ਰਭ ਗੁਣ ਮਨ ਲਾਵੈ। ਪ੍ਰਸ਼ਾਦਾ ਛਕਣ ਤੋਂ ਬਾਅਦ ਫਿਰ ਬਾਬਾ ਅਮਰਦਾਸ ਜੀ ਆਮ ਲੋਕਾਂ ਦੇ ਵਿੱਚ, ਸੰਗਤਾਂ ਦੇ ਵਿੱਚ ਨਹੀਂ ਸਨ ਵਿਚਰਦੇ, ਕਿਸੇ ਨਾਲ ਗੱਲਬਾਤ ਨਹੀਂ ਸਨ ਕਰਦੇ, ਇਕਾਂਤ ਵਿੱਚ ਹੋ ਕੇ ਗੁਰੂ ਦੇ, ਪ੍ਰਭੂ ਦੇ ਗੁਣਾਂ ਨੂੰ ਗਾਉਂਦੇ ਨੇ। ਚੌਪਏ ਇਸ ਪ੍ਰਕਾਰ ਦਿਨ ਕਿਤਕ ਬਿਤਾਏ, ਰਹੇ ਵਹਿਰ ਲੈ ਭੋਜਨ ਖਾਏ। ਕਹਿੰਦੇ ਇਸ ਤਰ੍ਹਾਂ ਬਾਬਾ ਅਮਰਦਾਸ ਜੀ ਨੇ ਕਈ ਦਿਨ ਬਤੀਤ ਕੀਤੇ, ਬਸ ਬਾਹਰ ਇਕਾਂਤ ਵਿੱਚ ਬੈਠੇ ਰਹਿਣਾ। ਜਦੋਂ ਭੋਜਨ ਦਾ ਸਮਾਂ ਆਉਣਾ, ਲੰਗਰ ਦਾ ਸਮਾਂ ਆਉਣਾ, ਆ ਕੇ ਲੰਗਰ ਛਕ ਲੈਣਾ, ਫਿਰ ਇਕਾਂਤ ਵਿੱਚ ਚਲੇ ਜਾਣਾ। ਸ੍ਰੀ ਅੰਗਦ ਪੁਣ ਨਹੀਂ ਬੁਲਾਇਓ, ਕਬਹੂ ਨਾ ਬਚ ਸਿਰੇ ਮੁਖ ਫਰਮਾਇਓ। ਪਹਿਲੇ ਦਿਨ ਧੰਨ ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਜੀ ਨੂੰ ਕੁੜਮ ਜਾਣ ਕੇ ਗੱਲ ਲਾਉਣ ਦਾ ਯਤਨ ਕੀਤਾ ਸੀ, ਪਰ ਬਾਬਾ ਅਮਰਦਾਸ ਜੀ ਸਤਿਗੁਰ ਦੇ ਚਰਨਾਂ ਵਿੱਚ ਆ ਕੇ ਡਿੱਗ ਪਏ ਸਨ। ਉਸ ਦਿਨ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਦੁਬਾਰੇ ਕਦੇ ਵੀ ਬਾਬਾ ਅਮਰਦਾਸ ਜੀ ਨੂੰ ਬੁਲਾਇਆ ਨਹੀਂ, ਮੁਖ ਤੋਂ ਕੋਈ ਬਚਨ ਨਹੀਂ ਕਿਹਾ। ਨਹਿ ਸੰਗਤ ਮਹਿ ਮਿਲੇ ਲਜਾਵਹਿ, ਮਿਲ ਕਰ ਤਹਿ ਆਹਾਰ ਕੋ ਖਾਵੈ। ਕਹਿੰਦੇ ਬਾਬਾ ਅਮਰਦਾਸ ਜੀ ਸੰਗਤ ਵਿੱਚ ਵੀ ਨਹੀਂ ਸਨ ਮਿਲਦੇ, ਕੁਝ ਸ਼ਰਮਾਉਂਦੇ ਵੀ ਸਨ
ਕਿ ਕੁੜਮ ਹਾਂ ਪਹਿਲੀ ਵਾਰੀ ਆਇਆ ਹਾਂ ਤੇ ਸੰਗਤ ਵਿੱਚ ਮਿਲ ਕੇ ਸੰਗਤ ਸੇਵਾ ਕਰਦੀ ਕਿਵੇਂ ਮਿਲਾਂ। ਬਸ ਲੰਗਰ ਤਿਆਰ ਹੁੰਦਾ, ਭੋਜਨ ਛਕਦੇ ਨੇ, ਫਿਰ ਇਕਾਂਤ ਵਿੱਚ ਹੋ ਜਾਂਦੇ ਨੇ। ਸਿਰੇ ਪਰਮੇਸ਼ਰ ਨਾਮ ਬਖਾਨੈ, ਅਬ ਨਾ ਜਾਉ ਕਿਤ ਦ੍ਰਿੜ ਨਿਤ ਠਾਨੈ। ਬਸ ਪ੍ਰਸ਼ਾਦਾ ਛਕਣ ਤੋਂ ਬਾਅਦ ਪਰਮੇਸ਼ਰ ਦਾ ਨਾਮ ਜਪਦੇ ਨੇ, ਇਕਾਂਤ ਵਿੱਚ ਬੈਠਦੇ ਨੇ ਔਰ ਇੱਕੋ ਗੱਲ ਦ੍ਰਿੜ ਕੀਤੀ ਹੈ ਕਿ ਹੁਣ ਇਸ ਘਰ ਨੂੰ, ਇਸ ਦਰ ਨੂੰ ਛੱਡ ਕੇ ਕਿਤੇ ਨਹੀਂ ਜਾਣਾ। ਦੋਹਰਾ ਕਿਤਕ ਦਿਓਸ ਬੀਤੇ ਜਬੈ, ਚਿਤ ਮਹਿ ਚਿਤਵਣ ਕੇ ਨਾ। ਕਹਿੰਦੇ ਇਸੇ ਤਰ੍ਹਾਂ ਜਦੋਂ ਕਈ ਦਿਨ ਹੋਰ ਬਤੀਤ ਹੋ ਗਏ ਤੇ ਸ਼੍ਰੀ ਅਮਰਦਾਸ ਜੀ ਨੇ ਇੱਕ ਦਿਨ ਮਨ ਵਿੱਚ ਵਿਚਾਰ ਕੀਤੀ, ਸੇਵਾ ਚਾਹੀਏ ਗੁਰੂ ਕੇ ਜਿਸ ਤੇ ਹੋਏ ਪ੍ਰਸੀਨ। ਕਿ ਸਤਿਗੁਰੂ ਜੀ ਦੀ ਸੇਵਾ ਕਰਨੀ ਚਾਹੀਦੀ ਹੈ। ਇੱਥੇ ਸਾਰੇ ਸਿੱਖ ਕੋਈ ਨਾ ਕੋਈ ਆ ਕੇ ਸੇਵਾ ਕਰਦੇ ਨੇ ਕਿ ਭਲਿਆ ਤੂੰ ਪ੍ਰਸ਼ਾਦਾ ਛਕਣਾ, ਇਕੱਲਾ ਬੈਠ ਜਾਣਾ ਹੈ, ਤੇ ਜੇ ਗੁਰੂ ਨੂੰ ਪ੍ਰਸੰਨ ਕਰਨਾ, ਗੁਰੂ ਦੀ ਸੇਵਾ ਤਾਂ ਕਰਨੀ ਚਾਹੀਦੀ ਹੈ। ਬੇਪਰਵਾਹ ਗੁਰੂ ਹੈ ਜਦ ਪਿਆ, ਚਿਤ ਮੈਂ ਜਿਨ ਕੇ ਚਾਹ ਨਾ ਕੋਏ। ਬਾਬਾ ਅਮਰਦਾਸ ਜੀ ਵਿਚਾਰ ਕਰਦੇ ਨੇ ਕਿ ਗੁਰੂ ਸਾਹਿਬ ਜੀ ਤੇ ਬੇਪਰਵਾਹ ਨੇ, ਉਹਨਾਂ ਦੇ ਮਨ ਵਿੱਚ ਕੋਈ ਐਸੀ ਚਾਹਤ ਨਹੀਂ ਕਿ ਕੋਈ ਸਾਡੀ ਸੇਵਾ ਕਰੇ। ਤੇ ਤਾਂ ਕੀ ਹੋਇਆ, ਜੇ ਗੁਰੂ ਸਾਹਿਬ ਨੇ ਸੇਵਾ ਵਾਸਤੇ ਨਹੀਂ ਕਿਹਾ। ਇੱਕ ਪ੍ਰਸੰਗ ਆਪਾਂ ਪਿੱਛੇ ਸੁਣ ਕੇ ਆਏ ਸਾਂ ਕਿ ਉਹ ਸਿੱਖ ਕਹਿੰਦਾ ਸੀ ਗੁਰੂ ਸਾਹਿਬ ਜੀ ਕਹਿਣਗੇ ਤੇ ਤਾਂ ਹੀ ਸੇਵਾ ਕਰਨੀ ਹੈ। ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਸਨ ਤੁਹਾਡੇ ਕਹਿਣ 'ਤੇ ਵੀ ਨਹੀਂ ਕਰਨੀ। ਪਰ ਬਾਬਾ ਅਮਰਦਾਸ ਜੀ ਵਿਚਾਰ ਕਰਦੇ ਨੇ ਤਾਂ ਕੀ ਹੋਇਆ, ਗੁਰੂ ਸਾਹਿਬ ਤੇ ਬੇਪਰਵਾਹ ਨੇ, ਉਹਨਾਂ ਨੂੰ ਕੋਈ ਚਾਹਤ ਨਹੀਂ ਕੋਈ ਸੇਵਾ ਕਰੇ ਨਾ ਕਰੇ। ਪਰ ਜੇ ਸਿੱਖੀ ਧਾਰਨ ਕਰਨੀ ਹੈ, ਗੁਰੂ ਆਪਣਾ ਧਾਰਨ ਕਰਨਾ ਹੈ, ਧੰਨ ਗੁਰੂ ਅੰਗਦ ਦੇਵ ਜੀ ਨੂੰ ਫਿਰ ਸੇਵਾ ਤੇ ਕਰਨੀ ਚਾਹੀਦੀ ਹੈ। ਤਦ ਬੇਦਾਸ ਨੇ ਜੇ ਧਰਮ ਵਿਚਾਰੇ, ਸੇਵਾ ਕਰੇ ਭਉ ਮਨ ਭੋਏ। ਕਿਉਂਕਿ ਹੁਣ ਜਦੋਂ ਦਾਸ ਹੀ ਬਣ ਗਏ, ਸੇਵਕ ਹੀ ਬਣ ਗਏ, ਤੇ ਫਿਰ ਸੇਵਾ ਤੇ ਕਰਨੀ ਚਾਹੀਦੀ ਹੈ। ਇਹ ਤੇ ਦਾਸ ਦਾ ਧਰਮ ਹੈ, ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ। ਪ੍ਰਥਮ ਜੁਗਣ ਮਹਿ ਤਪ ਕੋ ਤਾਪੇ, ਸ਼ੁਦਾ ਬੇਪਾਸਾ ਸਹਿ ਕਰ ਸੋਏ। ਹੁਣ ਬਾਬਾ ਅਮਰਦਾਸ ਜੀ ਵਿਚਾਰ ਆਪਣੇ ਮਨ ਨਾਲ ਕਰਦੇ ਨੇ ਕਿ ਪਹਿਲੇ ਸਮੇਂ ਵਿੱਚ ਹੁੰਦੇ ਸਨ ਕਿ ਜਦੋਂ ਲੋਕ ਬੜਾ ਬੜਾ ਤਪ ਕਾਲ ਜਿਹੜਾ ਕਰਦੇ ਹੁੰਦੇ ਸਨ, ਸਰੀਰ ਨੂੰ ਦੁੱਖ ਦਿੰਦੇ ਸਨ, ਭੁੱਖੇ ਰਹਿੰਦੇ ਸਨ, ਪਿਆਸੇ ਰਹਿੰਦੇ ਸਨ। ਪੰਚਾਂਗਣ ਤਪ ਹੈ ਜਲ ਬੈ ਬੈਠੇ, ਬਰਖਾ ਸਹਿ ਨਗਣ ਤਨ ਹੋਏ। ਉਹ ਧੂਣੀਆਂ ਥਕਾ ਕੇ ਗਰਮੀ ਦੇ ਵਿੱਚ ਬੈਠਦੇ ਹੁੰਦੇ ਸਨ। ਉਹ ਜਲ ਦੇ ਵਿੱਚ ਬੈਠ ਕੇ ਜਲ ਧਾਰੇ ਕਰਦੇ ਸਨ। ਆਪਣੇ ਤਨ ਨੂੰ ਤੇ ਮੀਂਹ ਨੂੰ ਸਹਾਰਦੇ ਸਨ, ਠੰਡ ਨੂੰ ਸਹਾਰਦੇ ਸਨ, ਗਰਮੀ ਨੂੰ ਸਹਾਰਦੇ ਸਨ, ਨੰਗੇ ਰਹਿੰਦੇ ਸਨ, ਭੁੱਖੇ ਰਹਿੰਦੇ ਸਨ। ਏਕ ਚਰਨ ਪਰ ਠੰਡੇ ਹੋਵਤ, ਉਰਦ ਬਾਹੂ ਕਿਤੇ ਰਹੰਤ। ਤੇ ਕਿਤੇ ਕਈ ਲੋਕ ਇੱਕ ਇੱਕ ਪੈਰ ਤੇ ਖਲੋ ਕੇ ਕਿੰਨਾ ਕਿੰਨਾ ਚਿਰ ਬੰਦਗੀ ਕਰਦੇ ਸਨ। ਤੇ ਕਈ ਜਿਹੜੇ ਨੇ ਉੱਪਰ ਜਾ ਕੇ ਖੂਹ ਦੇ ਬਨੇਰੇ ਤੇ ਬੈਠਦੇ ਹੁੰਦੇ ਸਨ। ਕਹਿ ਲਟਕਤ ਹੈ ਉੱਪਰ ਪਦ ਕਰ, ਚਾਹੇ ਪ੍ਰਸੰਨ ਹੋਏ ਭਗਵੰਤ। ਕੋਈ ਆਪਣੇ ਪੈਰ ਉੱਤੇ ਕਰਕੇ ਲਟਕਿਆ ਰਹਿੰਦਾ ਸੀ ਕਿ ਸ਼ਾਇਦ ਕਿਤੇ ਰੱਬ ਇਸੇ ਤਰ੍ਹਾਂ ਖੁਸ਼ ਹੋ ਜਾਏ। ਸੋ ਤਪ ਪਾਲੇ ਅਬ ਕਲੇ ਕਾਲ ਮਹਿ, ਸਤ ਸੰਗਤ ਸੇਵਨ ਕਰੇ ਅੰਤ। ਪਰ ਬਾਬਾ ਅਮਰਦਾਸ ਜੀ ਵਿਚਾਰ ਕਰਦੇ ਨੇ ਕਿ ਉਹਨਾਂ ਨੂੰ ਤੇ ਫਲ ਕਿਤੇ ਮਿਲਦਾ ਹੋਵੇਗਾ ਰੱਤੀ ਪਰ, ਔਰ ਉਸ ਤੋਂ ਕਿਤੇ ਵੱਧ ਫਲ ਗੁਰੂ ਦੀ ਸੰਗਤ ਵਿੱਚ ਹੈ, ਗੁਰੂ ਦੀ ਸੰਗਤ ਦੀ ਸੇਵਾ ਦੇ ਵਿੱਚ ਹੈ। ਇਸ ਕਰਕੇ ਗੁਰੂ ਦੀ ਤੇ ਗੁਰੂ ਦੀ ਸੰਗਤ ਦੀ ਸੇਵਾ ਕਰਨੀ ਚਾਹੀਦੀ ਹੈ। ਜਲ ਢੋਵਣ ਯਾਰ ਲੱਕਰੇ ਲਿਆਵਣ, ਕਰਨ ਬੇਜਨੋ ਪ੍ਰਭ ਸਿਮਰੰਤ। ਹੁਣ ਬਾਬਾ ਅਮਰਦਾਸ ਜੀ ਸਿੱਖਾਂ ਦੇ ਵਿੱਚ ਮਿਲਦੇ ਨੇ ਕਿ ਭਾਈ ਕੋਈ ਸੇਵਾ ਮੈਨੂੰ ਵੀ ਦਿਓ। ਔਰ ਬਜ਼ੁਰਗ ਜਾਣ ਕੇ ਕੋਈ ਸੇਵਾ ਕਿਸ ਤਰ੍ਹਾਂ ਦੀ ਕਰੋਗੇ? ਕਹਿੰਦੇ ਮੈਂ ਜਲ ਲਿਆਵਾਂਗਾ ਭਰ ਕੇ ਲੰਗਰ ਵਾਸਤੇ। ਜਿਹਦੇ ਨਾਲ ਸਾਰਾ ਲੰਗਰ ਤਿਆਰ ਹੋਵੇ, ਸਾਰਾ ਜਲ ਭਰਨ ਦੀ ਸੇਵਾ ਮੈਨੂੰ ਦੇ ਦਿਓ। ਲੱਕੜਾਂ ਚੁੱਕ ਕੇ ਲਿਆਉਂਦੇ ਨੇ, ਲੰਗਰ ਦੇ ਵਿੱਚ ਸੇਵਾ ਕਰਦੇ ਨੇ। ਸੰਗਤ ਆਉਂਦੇ ਹੈ ਹੱਥ ਵਿੱਚ ਪੱਖਾ ਲੈ ਕੇ, ਕਰਨ ਬੇਜਨੋ ਪ੍ਰਭੂ ਸਿਮਰੰਤ। ਵਾਹਿਗੁਰੂ ਵਾਹਿਗੁਰੂ ਕਰਦੇ ਆ, ਸੰਗਤ ਨੂੰ ਪੱਖਾ ਚੱਲਣਾ।
ਚਰਨ ਪਖਾਰਣ ਅੰਨ ਪਕਾਵਣ ਇਤਿਆਦਿਕ ਜੇਤਕ ਹੈ ਆਣ। ਜਲ ਲਿਆਉਣ ਤੋਂ ਬਿਨਾਂ, ਲੱਕੜਾ ਲਿਆਉਣ ਤੋਂ ਬਿਨਾਂ, ਪੱਖਾ ਫਿਰਨ ਤੋਂ ਬਿਨਾਂ ਹੋਰ ਵੀ ਜਿੰਨੀ ਤਰ੍ਹਾਂ ਦੀ ਸੇਵਾ ਸਾਹਮਣੇ ਨਜ਼ਰ ਆਉਂਦੀ ਸੀ। ਕਿਸੇ ਨੂੰ ਕਹਿਣ ਦੀ ਲੋੜ ਨਹੀਂ ਸੀ ਪੈਂਦੀ। ਸੰਗਤਾਂ ਬਾਹਰੋਂ ਆਉਂਦੀਆਂ, ਉਹਨਾਂ ਦੇ ਚਰਨਾਂ ਨੂੰ ਧੋਣਾ, ਕਿਉਂਕਿ ਆਪ ਜੀ ਜਾਣਦੇ ਹੋ ਕੱਚੇ ਰਸਤੇ ਹੁੰਦੇ ਸਨ ਕਿ ਬਾਹਰੋਂ ਆਉਣਾ ਔਰ ਮਿੱਟੀ ਘੱਟੇ ਦੇ ਨਾਲ ਚਰਨ ਜਿਹੜੇ ਗੋਡੇ ਗੋਡੇ ਤੱਕ ਸਾਰੇ, ਮੂੰਹ ਸਿਰ ਸਾਰਾ ਇੱਕੋ ਜਿਹਾ ਹੋਇਆ ਹੁੰਦਾ ਸੀ। ਉਹਨਾਂ ਦੇ ਹੱਥ ਪੈਰ ਧੋਣੇ, ਉਹਨਾਂ ਨੇ ਸੰਗਤ ਵਿੱਚ ਫਿਰ ਆਉਣਾ, ਫਿਰ ਲੰਗਰ ਜਿਹੜਾ ਉਹ ਨਾਲ ਲਾ ਕੇ ਪਕਵਾਉਣਾ, ਹੋਰ ਜਿੰਨੀ ਤਰ੍ਹਾਂ ਦੀ ਸੇਵਾ ਸੀ ਇਹ ਬਾਬਾ ਅਮਰਦਾਸ ਜੀ ਹੁਣ ਬੜੇ ਖੁਸ਼ ਹੋ ਕੇ ਕਰਨ ਲੱਗੇ। ਮਿਲ ਸਤ ਸੰਗ ਕਰਨ ਸੋ ਸੇਵਾ, ਅਧਿਕ ਤਪਨ ਫਲ ਹੋਏ ਮਹਾਨ। ਔਰ ਨਾਲ ਹੀ ਬਾਬਾ ਅਮਰਦਾਸ ਜੀ ਵਿਚਾਰ ਕਰਦੇ ਨੇ ਕਿ ਸਤ ਸੰਗਤ ਵਿੱਚ ਮਿਲ ਕੇ ਸੇਵਾ ਕਰਨ ਦਾ ਇੱਕ ਤਾਂ ਆਨੰਦ ਹੀ ਵੱਖਰਾ ਹੈ, ਔਰ ਦੂਜਾ ਇੰਨਾ ਭਰੋਸਾ ਹੈ ਕਿ ਜਿੰਨੇ ਤਪ ਲੋਕ ਪਿਛਲੇ ਯੁੱਗਾਂ 'ਚ ਸਾਧਦੇ ਸਨ ਉਹਨਾਂ ਤੋਂ ਕਈ ਗੁਣਾ ਵੱਧ ਕੇ ਸੇਵਾ ਦਾ ਫਲ ਮਿਲਦਾ ਹੈ। ਇਮ ਵਿਚਾਰ ਸਿਮਰੇ ਸ੍ਰੀ ਅਮਰ ਕਰਿਓ, ਔਰ ਆਨੋ ਨੇਰ ਆਪਣੇ ਪਾਨ। ਕਹਿੰਦੇ ਇਸ ਤਰ੍ਹਾਂ ਵਿਚਾਰ ਕਰਕੇ ਬਾਬਾ ਅਮਰਦਾਸ ਜੀ ਨੇ ਜਲ ਢੋਣ ਦੀ ਸੇਵਾ ਤੇ ਪੱਕੀ ਸਾਂਭ ਲਈ। ਆਪਣੇ ਹੱਥਾਂ ਦੇ ਨਾਲ ਜਲ ਭਰ ਕੇ ਲਿਆਉਂਦੇ ਨੇ। ਨਿਤ ਸਤ ਸੰਗਤ ਦੇਵਨ ਠਾਨੋ, ਅਰ ਸਤਿਗੁਰ ਤਨ ਕਰੇ ਇਸ਼ਨਾਨ। ਔਰ ਜਿਹੜਾ ਜਲ ਹੈ ਉਹ ਇੰਨਾ